ਅੱਜ ਅਸੀਂ ਉਸ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ ਜਿਹਦੇ ਬਾਰੇ ਖਾਸ ਤੌਰ ਪੰਜਾਬ ਤੇ ਸਾਡਾ ਜ਼ਿਲ੍ਹਾ ਸੰਗਰੂਰ ਨੂੰ ਬਿਲਕੁਲ ਵੀ ਕੋਈ ਇਲਮ ਨਹੀਂ ਹੈ। ਇਹ ਸ਼ਖਸੀਅਤ ਹੈਗੇ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਮਿਲਟਰੀ ਕ੍ਰਾਸ। ਇਹਨਾਂ ਨੂੰ ਕਈ ਨਾਮਾਂ ਦੇ ਨਾਲ ਕਸ਼ਮੀਰ 'ਚ ਯਾਦ ਕੀਤਾ ਜਾਂਦਾ ਹੈ। ਸੇਵੀਅਰ ਆਫ ਕਸ਼ਮੀਰ, ਸੇਵੀਅਰ ਆਫ ਪੁੰਛ ਤੇ ਸ਼ੇਰ ਬੱਚੇ ਦੇ ਨਾਮ ਸ਼ੇਰ ਬੱਚਾ ਵੀ ਕਹਿ ਕੇ ਉਹਨਾਂ ਨੂੰ ਇਹ ਨਾਮਾਂ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਜਾਂਦਾ ਹੈ। ਇਹਨਾਂ ਦਾ ਜਨਮ ਉਸ ਪਵਿੱਤਰ ਸਥਾਨ ਤੇ ਹੋਇਆ ਸੀਗਾ ਜਿਹੜੀ ਥਾਂ ਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੈ, ਦੀਨਾ ਸਾਹਿਬ, ਦੀਨਾ ਕਾਂਗੜ, ਜਿੱਥੇ ਗੁਰੂ ਸਾਹਿਬ ਨੇ 6 ਮਹੀਨੇ ਰੁਕ ਕੇ ਤੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀਗਾ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਜਦੋਂ ਗੁਰੂ ਸਾਹਿਬ ਆ ਕੇ ਇਸ ਧਰਤੀ ਤੇ ਆ ਕੇ ਰੁਕੇ ਤੇ ਔਰੰਗਜ਼ੇਬ ਨੂੰ ਉਹਨਾਂ ਨੇ ਇੱਕ ਚੁਣੌਤੀ ਦਿੱਤੀ ਸੀਗੀ ਜ਼ਫਰਨਾਮੇ ਰਾਹੀਂ। ਅਸੀਂ ਅੱਜ ਵੀ ਦੇਖਦੇ ਹਾਂ ਕਿ ਉਹ ਇਲਾਕੇ 'ਚ ਬੜਾ ਜਜ਼ਬਾ ਤੇ ਗੁਰੂ ਸਾਹਿਬ ਦੇ ਪ੍ਰਤੀ ਬੜਾ ਪਿਆਰ, ਬੜਾ ਸਤਿਕਾਰ, ਔਰ ਅਗਲੀਆਂ ਜਨਰੇਸ਼ਨਸ 'ਚ ਵੀ ਅਸੀਂ ਉਹ ਜਿਹੜੀ ਇੱਕ ਦ੍ਰਿੜਤਾ, ਇੱਕ ਸ਼ਕਤੀ, ਇੱਕ ਤਾਕਤ ਉਹ ਦੇਖਣ ਨੂੰ ਸਾਨੂੰ ਅੱਜ ਵੀ ਮਿਲਦੀ ਹੈ। ਸੋ 1911 5 ਅਕਤੂਬਰ ਨੂੰ ਇਸ ਮਹਾਨ ਯੋਧੇ ਦਾ ਜਨਮ ਹੁੰਦਾ ਹੈ। ਆਪ ਦੀ ਮੁੱਢਲੀ ਪੜ੍ਹਾਈ ਤੋਂ ਬਾਅਦ ਉਹਨਾਂ ਨੇ 1939 'ਚ ਇੰਡੀਅਨ ਮਿਲਟਰੀ ਅਕੈਡਮੀ ਤੋਂ ਇਹਨਾਂ ਨੇ ਆਪ ਦਾ ਆਰਮੀ ਦੀ ਸ਼ੁਰੂਆਤ ਕੀਤੀ ਤੇ ਹੈਦਰਾਬਾਦ ਰੈਜੀਮੈਂਟ ਨਾਲ ਇਹਨਾਂ ਦੀ ਪਹਿਲੀ ਜੁਆਇਨਿੰਗ ਜਿਹੜੀ ਹੈ ਉਹ ਹੈਦਰਾਬਾਦ ਰੈਜੀਮੈਂਟ ਦੇ ਨਾਲ ਸੀਗੀ। ਸੋ ਇਹਨਾਂ ਦਾ ਬੇਸਿਕ ਟ੍ਰੇਨਿੰਗ ਪੀਰੀਅਡ ਤੋਂ ਬਾਅਦ ਇਹਨਾਂ ਨੂੰ ਸਭ ਤੋਂ ਪਹਿਲਾਂ ਯੁੱਧ ਦਾ ਖੇਤਰ ਦੇਖਣ ਨੂੰ ਮਿਲਿਆ। ਉਹ ਸੀਗਾ ਸੈਕੰਡ ਵਰਲਡ ਵਾਰ ਦਾ ਹਿੱਸਾ, ਜਦੋਂ ਇਹਨਾਂ ਦੀ ਬਟਾਲੀਅਨ, ਇਹਨਾਂ ਦੀ ਰੈਜੀਮੈਂਟ ਮਦਰਾਸ ਤੋਂ 1942 'ਚ ਸਿੰਗਾਪੁਰ ਵਾਸਤੇ ਕੂਚ ਕਰਦੇ ਨੇ। ਇਹ ਸਾਰਾ ਅਲਾਈਡ ਫੋਰਸਿਸ ਦਾ ਹਿੱਸਾ ਸੀਗਾ। ਹਿੰਦੁਸਤਾਨ ਵੀ ਬ੍ਰਿਟਿਸ਼ ਕਾਲੋਨੀ ਹੋਣ ਦੇ ਨਾਤੇ ਬ੍ਰਿਟਿਸ਼ ਫੌਜ ਦਾ ਹਿੱਸਾ ਸੀਗੇ ਤੇ ਇੱਕ ਹਵਾਈ ਰੇਡ ਤੋਂ ਬਾਅਦ ਇਹ ਜ਼ਖਮੀ ਹੋ ਗਏ। ਜ਼ਖਮੀ ਹੋਣ ਤੇ ਉਪਰੰਤ ਇਹਨਾਂ ਨੂੰ ਜਾਪਾਨੀਆਂ ਨੇ ਪ੍ਰਿਜ਼ਨਰ ਆਫ ਵਾਰ ਦੇ ਤੌਰ ਤੇ ਇਹਨਾਂ ਨੂੰ ਬਤੌਰ ਗ੍ਰਿਫਤਾਰ ਕੀਤਾ। ਉਸ ਖਤਰਨਾਕ ਦੌਰਾਨ, ਉਸ ਮਾਹੌਲ ਦੇ ਦੌਰਾਨ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਉਹ ਇੱਕ ਸਮਾਂ ਸੀਗਾ ਕਿ ਜਿੱਥੇ 80,000 ਪ੍ਰਿਜ਼ਨਰਸ ਆਫ ਵਾਰ ਜਾਪਾਨੀਆਂ ਨੇ ਆਪਣੀ ਹਿਰਾਸਤ 'ਚ ਲਏ। ਉਹਦੇ ਵਿੱਚ ਅੰਗਰੇਜ਼ ਵੀ ਸੀਗੇ, ਬ੍ਰਿਟਿਸ਼ਰਸ, ਉਹਦੇ ਵਿੱਚ ਆਸਟ੍ਰੇਲੀਅਨ ਸੀਗੇ, ਉਹਦੇ ਵਿੱਚ ਹੋਰ ਵੱਖ-ਵੱਖ ਅਲਾਈਡ ਫੋਰਸਿਸ ਦੇ ਮੁਲਕਾਂ ਤੋਂ ਲੋਕ ਸਰੈਂਡਰ ਹੋਏ ਸੀਗੇ। ਤੇ ਜਿਹੜਾ ਉਦੋਂ ਜੇਲ੍ਹਾਂ ਦਾ ਹਾਲ ਸੀਗਾ ਉਹ ਬਹੁਤ ਹੀ ਮਾੜਾ ਤੇ ਰੋਜ਼ਾਨਾ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਸੀਗੀਆਂ, ਕੁਛ ਬਿਮਾਰੀ ਦੇ ਕਾਰਨ, ਕੁਛ ਇਨਫੈਕਸ਼ਨ ਦੇ ਕਾਰਨ, ਕੁਛ ਭੁੱਖਮਰੀ ਦੇ ਕਾਰਨ। ਇਹ ਹਾਲਾਤ ਦੇਖਦੇ ਹੋਏ ਕੈਪਟਨ ਪ੍ਰੀਤਮ ਸਿੰਘ ਤੇ ਉਹਨਾਂ ਦੇ ਦੋ ਸਾਥੀ ਕੈਪਟਨ ਗੰਗਾਰਾਮ ਪਰਬ ਤੇ ਕੈਪਟਨ ਬਲਬੀਰ ਸਿੰਘ ਹੈਦਰਾਬਾਦ ਰੈਜੀਮੈਂਟ ਦੇ ਸੀਗੇ, ਉਹ ਵੀ ਉਹਨਾਂ ਨੇ ਤਿੰਨਾਂ ਜਣਿਆਂ ਨੇ ਇਹ ਪਲਾਨ ਕੀਤਾ ਵੀ ਜੇ ਅਸੀਂ ਇੱਥੋਂ ਕੁਝ ਦਿਨਾਂ 'ਚੋਂ ਇੱਥੋਂ ਨਾ ਨਿਕਲੇ ਤਾਂ ਅਸੀਂ ਜ਼ਰੂਰ ਮਾਰੇ ਜਾਵਾਂਗੇ, ਕਿਉਂਕਿ ਰੋਜ਼ਾਨਾ ਸ਼ਹਾਦਤਾਂ ਹੋ ਰਹੀਆਂ ਸੀਗੀਆਂ
ਔਰ ਬਹੁਤ ਬੇਰਹਿਮੀ ਨਾਲ ਲੋਕਾਂ ਦਾ ਕਤਲ ਹੋ ਰਿਹਾ ਸੀਗਾ। ਇਹਨਾਂ ਨੇ ਆਪ ਦਾ ਪਲਾਨ ਕੀਤਾ ਤੇ ਅਪ੍ਰੈਲ ਦੇ ਮਹੀਨੇ 'ਚ ਇਹ ਉਤੋਂ ਬਾਬਰਡ ਵਾਇਰ ਨੂੰ ਕੱਟ ਕੇ ਇਹ ਤਿੰਨਾਂ ਜਣੇ ਉਸ ਨੀਸੂਨ ਪ੍ਰਿਜ਼ਨਰ ਆਫ ਵਾਰ ਕੈਂਪ 'ਚੋਂ ਬਾਹਰ ਨਿਕਲਦੇ ਨੇ। ਇਹਨਾਂ ਨੇ ਜੇਲ੍ਹ 'ਚ ਆਪਦੇ ਜਾਲੀ ਦਸਤਾਵੇਜ਼ ਤਿਆਰ ਕੀਤੇ ਸੀਗੇ, ਜਿਹੜੇ ਆਪਾਂ ਟਰੈਵਲ ਪਰਮਿਟ ਵੀ ਕਹਿ ਸਕਦੇ ਹੈਗੇ ਆ, ਅਤੇ ਉਹਦੇ ਰਾਹੀਂ ਇਹਨਾਂ ਨੂੰ ਆਪਦੀਆਂ ਟ੍ਰੇਨ ਦੀਆਂ ਟਿਕਟਾਂ ਇਹਨਾਂ ਨੇ ਕਟਵਾਈਆਂ ਔਰ ਇਹਨਾਂ ਦਾ ਸਫ਼ਰ ਸ਼ੁਰੂ ਹੁੰਦਾ ਹੈ ਸਿੰਗਾਪੁਰ ਤੋਂ ਪਹਿਲਾਂ ਮਲਾਇਆ, ਜਿਹੜਾ ਅੱਜ ਮਲੇਸ਼ੀਆ ਹੈ। ਮਲੇਸ਼ੀਆ ਤੋਂ ਬਾਅਦ ਇਹ ਗਏ ਨੇ ਥਾਈਲੈਂਡ, ਅਤੇ ਉਸ ਤੋਂ ਬਾਅਦ ਇਹਨਾਂ ਦਾ ਫਿਰ ਸਫ਼ਰ ਜਿਹੜਾ ਹੈ ਉਹ ਪੈਦਲ ਸ਼ੁਰੂ ਹੋ ਜਾਂਦਾ ਹੈ। ਥਾਈਲੈਂਡ ਤੋਂ ਬਹੁਤ ਮੁਸ਼ਕਿਲ ਦੇ ਨਾਲ ਉਹ ਬਰਮਾ ਬਾਰਡਰ ਕ੍ਰਾਸ ਕਰਦੇ ਨੇ। ਬਾਰਡਰ 'ਤੇ ਇਹਨਾਂ ਨੂੰ 15 ਦਿਨ ਲੱਗੇ ਕਿ ਕਿਸ ਤਰ੍ਹਾਂ ਪਾਰ ਕੀਤਾ ਜਾਵੇ। ਬੜੀ ਕਠਿਨਾਈਆਂ ਤੋਂ ਬਾਅਦ, ਬੜੀ ਮੁਸ਼ਕਿਲ ਤੋਂ ਬਾਅਦ ਇਹਨਾਂ ਨੇ ਬਾਰਡਰ ਪਾਰ ਕੀਤਾ। 2-3 ਥਾਂ 'ਤੇ ਇਹਨਾਂ ਨੂੰ ਦੁਬਾਰਾ ਅਰੈਸਟ ਵੀ ਕਰ ਲਿਆ, ਪਰ ਉਹ ਜਿਹੜੇ ਇਹਨਾਂ ਕੋਲੇ ਜ਼ਾਲੀ ਦਸਤਾਵੇਜ਼ ਸੀਗੇ ਉਹਨਾਂ ਨੇ ਉਹਨਾਂ ਨੂੰ ਬਚਾ ਕੇ ਅਤੇ ਇਹ ਸਫ਼ਰ ਉਹਨਾਂ ਦਾ ਚੱਲਦਾ ਰਿਹਾ। ਫਿਰ ਉਹ ਅਖੀਰ 'ਚ ਆ ਕੇ ਬਰਮਾ ਬਾਰਡਰ 'ਤੇ ਆ ਜਾਂਦੇ ਨੇ ਅਤੇ ਅਗਲਾ ਜਿਹੜਾ ਸਫ਼ਰ ਹੈ ਉਹ ਬਾਰਿਸ਼ਾਂ 'ਚ ਅਤੇ ਭੁੱਖਮਰੀ ਦਾ, ਜੋ ਕਿਉਂਕਿ ਖਾਣੇ ਦਾ ਕੋਈ ਵਿਵਸਥਾ ਨਹੀਂ ਸੀਗੀ, ਅਤੇ ਉਹ ਹੁਣ ਪੈਦਲ ਦਾ ਸਫ਼ਰ ਜਿਹੜਾ ਹੈ ਬਾਰਿਸ਼ਾਂ ਦੇ ਵਿੱਚ ਨਾਲਿਆਂ ਤੋਂ ਗੁਜ਼ਰਨਾ, ਪਹਾੜੀਆਂ 'ਚੋਂ ਗੁਜ਼ਰਨਾ, ਪੱਤਿਆਂ ਦੀਆਂ ਖੁਰਾਕਾਂ 'ਤੇ ਜੀਣਾ, ਕੁਛ ਕਿਤੇ ਕਿਤੇ ਕੋਈ ਸਬਜ਼ੀ ਫਲ ਮਿਲ ਜਾਂਦਾ ਉਹ ਇਹਨਾਂ ਨੇ ਆਪ ਦਾ ਖਾ ਕੇ ਗੁਜ਼ਾਰਾ ਕਰਨਾ। ਕਿਤੇ ਮਨ ਡੋਲਦਾ ਸੀ, ਕਿਤੇ ਤਨ ਡੋਲਦਾ ਸੀ। ਬਹੁਤ ਮੁਸ਼ਕਿਲ ਨਾਲ ਉਹਨਾਂ ਨੇ ਇਹ ਜਿਹੜਾ ਸਫ਼ਰ ਸੀਗਾ 3000 ਮੀਲ 6 ਮਹੀਨਿਆਂ 'ਚ ਇਹਨਾਂ ਨੇ ਇਹ ਤੈਅ ਕੀਤਾ। ਬਹੁਤ ਮੁਸ਼ਕਿਲ ਦੇ ਨਾਲ ਇਹ ਸੇਂਟ ਹਰਟਸ, ਇੱਕ ਬਰਮਾ ਬਾਰਡਰ ਤੋਂ ਅੱਗੇ ਅੰਗਰੇਜ਼ਾਂ ਦਾ 에ਅਰ ਬੇਸ ਸੀਗਾ। 2 ਜਣੇ ਉੱਥੇ ਰਿਪੋਰਟ ਕਰਦੇ ਨੇ ਅਤੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਇਹ ਅਲੱਗ ਹੋ ਜਾਂਦੇ ਨੇ ਇਸ ਮੌਕੇ 'ਤੇ, ਕਿਉਂਕਿ 3 ਜਣੇ ਹੋਣ ਕਰਕੇ ਰਾਹ 'ਚ ਫੜੇ ਜਾਣ ਦੀ ਇੱਕ ਸੰਭਾਵਨਾ ਸੀਗੀ। ਇਹ ਇੱਥੋਂ ਫਿਰ ਤਿੰਨਸੁਖੀਆ ਹੋ ਕੇ ਅਤੇ ਇਹ ਕਲਕੱਤੇ ਪਹੁੰਚਦੇ ਨੇ, ਅਤੇ ਦੂਸਰੇ ਜਣੇ ਜਿਹੜੇ ਫੋਰਟ ਹਰਟਸ ਤੋਂ ਉਹਨਾਂ ਨੂੰ ਅੰਗਰੇਜ਼ਾਂ ਨੇ ਫਿਰ ਜਹਾਜ਼ 'ਚੋਂ ਉਹਨਾਂ ਨੂੰ ਵੀ ਕਲਕੱਤੇ ਭੇਜਿਆ ਜਾਂਦਾ ਹੈ। ਇਸ ਬਹਾਦਰੀ ਲਈ ਅੰਗਰੇਜ਼ ਐਡਮਿਨਿਸਟ੍ਰੇਸ਼ਨ ਨੇ ਉਦੋਂ ਇਹ ਤਿੰਨਾਂ ਜਣਿਆਂ ਨੂੰ ਮਿਲਟਰੀ ਕ੍ਰਾਸ, ਜਿਹੜਾ 2nd ਹਾਈਐਸਟ ਅਵਾਰਡ ਹੈ, ਮਿਲਟਰੀ ਅਵਾਰਡ, ਉਹਦੇ ਨਾਲ ਇਹਨਾਂ ਤਿੰਨਾਂ ਜਣਿਆਂ ਨੂੰ ਨਵਾਜ਼ਿਆ ਗਿਆ ਹੈ। ਇਹ ਇੱਕ ਹਿੱਸਾ ਹੈ ਉਹਨਾਂ ਦੀ ਜ਼ਿੰਦਗੀ ਦਾ, ਜਿਹੜਿਆਂ ਨੇ ਇਹਨਾਂ ਨੂੰ ਅਗਲੇ ਜ਼ਿੰਦਗੀ ਦੇ ਪੜਾਅ ਵਾਸਤੇ ਤਿਆਰ ਕੀਤਾ ਹੈ। ਉਹ ਮੈਂ ਤੁਹਾਨੂੰ ਅਗਲੇ ਸੈਸ਼ਨ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। escape from ਸਿੰਗਾਪੁਰ ਦਾ ਜੋ ਇਹ 3 ਬਹਾਦਰ ਆਫਿਸਰਸ ਦਾ ਜੋ ਰੋਲ ਹੈ, ਜੇ ਇਹਨੂੰ ਤੁਸੀਂ ਬਰੀਕੀ ਨਾਲ ਸਟੱਡੀ ਕਰੋ ਜਾਂ ਇਹਨਾਂ ਦੇ ਤੁਸੀਂ ਇਹ 6 ਮਹੀਨੇ ਦੇ ਪੀਰੀਅਡ ਨੂੰ ਪ੍ਰੋਪਰਲੀ ਐਨਾਲਾਈਜ਼ ਕਰੋ, ਅਤੇ ਇਹ ਤਕਰੀਬਨ ਵਨ ਆਫ ਦ ਗ੍ਰੇਟੈਸਟ escapes ਆਫ ਦ ਵਰਲਡ ਹੈ। ਤਕਰੀਬਨ 3000 ਮੀਲ ਦਾ ਸਫ਼ਰ, 6 ਮਹੀਨੇ ਦਾ ਸਮਾਂ, ਇਹ ਕੋਈ ਸਧਾਰਨ ਹਾਲਾਤਾਂ 'ਚੋਂ ਇਹ ਮੁਕੰਮਲ ਕਰਕੇ ਆਏ ਨੇ। ਇਹ ਪਿੰਡਾ ਇਹ ਇਹਨਾਂ ਦੀ ਹੌਸਲਾ, ਇਹਨਾਂ ਦੀ ਦ੍ਰਿੜਤਾ, ਇਹਨਾਂ ਦਾ ਵਿਸ਼ਵਾਸ, ਇਹਨਾਂ ਦੀ ਆਪਦੀ ਮਿੱਟੀ ਨਾਲ ਖਿੱਚ, ਪਿਆਰ ਪਰਿਵਾਰਾਂ ਨਾਲ ਖਿੱਚ, ਉਹਦੇ ਕਰਕੇ ਔਰ ਵਾਹਿਗੁਰੂ ਦੀ ਬੇਅੰਤ ਰਹਿਮਤ ਦੇ ਸਦਕੇ ਉਹਨਾਂ ਨੇ ਇਹ ਸਫ਼ਰ ਪੂਰਾ ਕੀਤਾ। ਇਹਨਾਂ ਨੇ ਆਹ ਜਰਨੀ ਤੋਂ ਬਾਅਦ ਇਹਨਾਂ ਦੀ ਜਿਹੜੀ ਅਗਲਾ ਪੜਾਅ ਹੈ ਜ਼ਿੰਦਗੀ ਦਾ, ਉਹਦੇ ਵਾਸਤੇ ਵੀ ਇਹਨਾਂ ਨੂੰ ਪ੍ਰਿਪੇਅਰ ਕੀਤਾ ਹੈ। 43 ਤੋਂ ਲੈ ਕੇ 46 ਇਹ 3 ਸਾਲ ਇਹਨਾਂ ਦੀਆਂ ਜ਼ਿੰਮੇਵਾਰੀਆਂ ਮਿਡਲ ਈਸਟ ਅਤੇ ਅਫਗਾਨਿਸਤਾਨ 'ਚ ਰਹੀਆਂ। ਉਸ ਤੋਂ ਬਾਅਦ 46 'ਚ ਇਹਨਾਂ ਦੀ ਰੈਜੀਮੈਂਟ 16 ਪੰਜਾਬ
ਇਹ ਗੁੜਗਾਉਂ ਤੇ ਇਸ ਏਰੀਏ 'ਚ ਇਹਨਾਂ ਨੂੰ ਤੈਨਾਤ ਕੀਤਾ ਗਿਆ, ਕਿਉਂਕਿ ਉਦੋਂ ਹਾਲਾਤ ਜਿਹੜੇ ਨੇ ਨਾਜ਼ੁਕ ਹੋਣੇ ਸ਼ੁਰੂ ਹੋ ਗਏ ਸੀਗੇ। ਦੰਗਿਆਂ ਦੀ ਰਿਪੋਰਟਸ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। 1947 ਦੇ ਅਸੀਂ ਨਜ਼ਦੀਕ ਜਾ ਰਹੇ ਸੀਗੇ ਤੇ ਇਹ ਆਪਦੀ ਜ਼ਿੰਮੇਵਾਰੀ ਗੁੜਗਾਉਂ ਸੰਭਾਲ ਰਹੇ ਸੀਗੇ ਐਜ਼ ਮੇਜਰ। ਤੇ 1947 ਦਾ ਜਦੋਂ ਇਹ ਕਤਲੇਆਮ ਸ਼ੁਰੂ ਹੋਇਆ ਤੇ ਇਹ ਸਾਰੇ ਮਾਹੌਲ ਨੂੰ, ਦਿੱਲੀ ਦੇ ਮਾਹੌਲ ਨੂੰ, ਗੁੜਗਾਉਂ ਤੇ ਆਸ-ਪਾਸ ਦੇ ਰਿਵਾੜੀ, ਆਹ ਸਾਰੇ ਇਲਾਕੇ ਦੇ ਮਾਹੌਲ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਦੇ ਉਹਦੇ ਵਿੱਚ ਇਹ ਸਾਰੇ ਜਿਹੜੇ ਆਫਿਸਰ ਸੀਗੇ ਜੁਟ ਗਏ। ਤੇ 47 'ਚ ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਜੋ ਹਾਲਾਤ ਹੋਏ ਜਾਂ ਜਿਹੜੇ ਦੁੱਖ ਤਕਲੀਫਾਂ 'ਚੋਂ ਇਹ ਦੋਨੋਂ ਮੁਲਕ ਉਸ ਟਾਈਮ ਗੁਜ਼ਰੇ, ਤੇ ਉਦੋਂ ਕਸ਼ਮੀਰ ਦੀ ਕਹਾਣੀ ਨਹੀਂ ਸ਼ੁਰੂ ਹੋਈ ਸੀ। 15 ਤਰੀਕ ਅਗਸਤ ਨੂੰ ਦੋਨੋਂ ਮੁਲਕ ਆਜ਼ਾਦ ਹੁੰਦੇ ਨੇ ਤੇ 16 ਅਗਸਤ ਨੂੰ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਉਹਨਾਂ ਨੇ ਪਾਕਿਸਤਾਨ ਦੇ ਨਾਲ ਇੱਕ ਸਟੈਂਡ ਸਟਿਲ ਐਗਰੀਮੈਂਟ ਕਰ ਲਿਆ ਸੀਗਾ, ਜਿਹੜਾ ਹਿੰਦੁਸਤਾਨ ਨੇ ਉਦੋਂ ਨਾ ਕਬੂਲ ਕੀਤਾ। ਸੋ ਜਿਹੜਾ ਹਿੱਸਾ ਸੀਗਾ ਅਗਸਤ ਤੋਂ ਲੈ ਕੇ ਅਕਤੂਬਰ ਦਾ ਜਿਹੜਾ ਪੀਰੀਅਡ ਸੀਗਾ, ਕਿ ਜੋ ਕਸ਼ਮੀਰ ਦਾ ਇਲਾਕਾ ਸੀਗਾ ਉਹ ਹਾਲੇ ਵੀ ਮਹਾਰਾਜ ਹਰੀ ਸਿੰਘ ਦੇ ਰਾਜ ਹੇਠਾਂ ਇਹਦੀ ਸਾਰੀ ਜਿਹੜੀ ਗਵਰਨੈਂਸ ਹੈ ਉਹਦੇ ਨੀਚੇ ਇਹ ਮੈਨੇਜ ਹੁੰਦਾ ਸੀਗਾ। ਮਹਾਰਾਜ ਦੀ ਜਿਹੜੀ ਹਰੀ ਸਿੰਘ ਦੀ ਜਿਹੜੀ ਇੰਟਾਇਰ ਜਿਹੜੀ ਉਹਨਾਂ ਦੀ ਆਰਮੀ ਸੀ ਜਾਂ ਉਹਨਾਂ ਦੇ ਆਰਮਡ ਫੋਰਸਿਸ ਸੀਗੇ, ਉਹਦੇ ਵਿੱਚੋਂ 60% ਪਾਪੂਲੇਸ਼ਨ ਜਿਹੜੀ ਹੈ ਉਹਦੇ ਵਿੱਚ ਮੁਸਲਮਾਨਾਂ ਦੀ ਸੀਗੀ। ਉਹਨਾਂ ਨੇ ਬਗਾਵਤ ਕਰਤੀ ਆਪਦੇ ਸਟੇਟ ਦੇ ਖਿਲਾਫ ਤੇ ਉਹਨਾਂ ਨੇ ਪਾਕਿਸਤਾਨ ਆਰਮੀ ਨਾਲ ਆਪ ਦਾ ਸੰਪਰਕ ਜੋੜਿਆ ਤੇ ਲਸ਼ਕਰ ਤੇ ਕਬਾਲੀਆਂ ਨਾਲ ਉਹਨਾਂ ਨੇ ਆਪ ਦਾ ਸੰਪਰਕ ਜੋੜ ਕੇ ਤੇ ਕਸ਼ਮੀਰ ਦੇ ਨਾਲ ਉਹਨਾਂ ਨੇ ਆਪ ਦਾ ਇੱਕ ਨਾਤਾ ਤੋੜਿਆ। ਯਾਨੀ ਕਿ ਜਿਹੜੀ ਮਹਾਰਾਜਾ ਹਰੀ ਸਿੰਘ ਦੀ ਉਹਨਾਂ ਦਾ ਰਾਜ ਸੀਗਾ। ਤੇ ਇਹਦੇ ਦੌਰਾਨ ਇੱਕ ਬਹੁਤ ਵੱਡੀ ਸਾਜ਼ਿਸ਼ ਪਾਕਿਸਤਾਨ 'ਚ ਚੱਲ ਰਹੀ ਸੀ, ਜਿਹੜਾ ਆਪਰੇਸ਼ਨ ਗੁਲਮਰਗ ਹੇਠਾਂ ਇੱਕ ਕੋਵਰਟ ਆਪਰੇਸ਼ਨ ਪਲਾਨ ਹੋ ਰਿਹਾ ਸੀਗਾ, ਜਿਹਦੀ ਸਾਰੀ ਜ਼ਿੰਮੇਵਾਰੀ ਮੇਜਰ ਜਨਰਲ ਅਕਬਰ ਖਾਨ DSO ਨੂੰ ਸੌਂਪੀ ਗਈ। ਤੇ ਉਹਨਾਂ ਦਾ ਮੈਂਡੇਟ, ਉਹਨਾਂ ਦੀਆਂ ਇੰਸਟਰਕਸ਼ਨਸ ਬੜੀਆਂ ਕਲੀਅਰ ਸੀਗੀਆਂ ਕਿ ਜੰਮੂ ਕਸ਼ਮੀਰ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਜੋੜਨ ਦੀ ਬਹੁਤ ਵੱਡੀ ਜ਼ਰੂਰਤ ਹੈ ਪਾਕਿਸਤਾਨ ਨੂੰ। ਤੇ ਉਹਨਾਂ ਨੇ ਇਸ ਕਾਰਵਾਈ ਨੂੰ ਸਭ ਤੋਂ ਪਹਿਲਾਂ ਅੰਜਾਮ ਜਿਹੜਾ ਹੈ 22 ਅਕਤੂਬਰ 1947 ਨੂੰ ਉਹਨਾਂ ਨੇ ਪਹਿਲਾ ਅਟੈਕ ਜਿਹੜਾ ਹੈ ਡੋਮੇਲ ਤੇ ਉਹਨਾਂ ਨੇ ਪਲਾਨ ਕੀਤਾ, ਜਿਹੜਾ ਮੁਜ਼ੱਫਰਾਬਾਦ ਦੇ ਨਜ਼ਦੀਕ ਹੈਗਾ। ਲਸ਼ਕਰ, ਕਬਾਲੀ ਤੇ ਪਾਕਿਸਤਾਨ ਆਰਮੀ ਇਹ ਤਕਰੀਬਨ 1 ਲੱਖ ਬੰਦਿਆਂ ਦੀ ਫੌਜ ਤਿਆਰ ਹੋਈ ਸੀਗੀ। ਅਗਸਤ ਤੇ ਅਕਤੂਬਰ ਦੇ ਦਰਮਿਆਨ ਇਹਨਾਂ ਦੀ ਟ੍ਰੇਨਿੰਗ, ਇਹਨਾਂ ਦਾ ਲੌਜਿਸਟਿਕਸ ਇਹਨਾਂ ਨੂੰ ਸਾਰੇ ਮੁਹੱਈਆ ਕਰਵਾਉਣੇ, ਇਹਨਾਂ ਦੀ ਬਹੁਤ ਡਿਟੇਲਡ ਪਲੈਨਿੰਗ ਐਂਡ ਟ੍ਰੇਨਿੰਗ, ਇਹਨਾਂ ਦੀ ਕੋਆਰਡੀਨੇਸ਼ਨ ਤੇ ਕੌਣ ਕਿੱਥੇ ਅਟੈਕ ਕਰੇਗਾ, ਇਹ ਸਾਰੀ ਬਹੁਤ ਡਿਟੇਲਡ ਪਲੈਨਿੰਗ ਇਹ ਸਾਰੀ ਮਰੀ ਹੋਈ ਸੀਗੀ ਉਦੋਂ ਆਪਰੇਸ਼ਨ ਗੁਲਮਰਗ ਦੇ ਹੇਠ। ਪਾਕਿਸਤਾਨ ਰੈਗੂਲਰ ਆਰਮੀ ਤੇ ਪਲੱਸ ਲਸ਼ਕਰ ਕਬਾਲੀਆਂ ਨੇ 8-9 ਥਾਂ ਤੇ ਇਕੱਠਾ ਹਮਲਾ ਕੀਤਾ ਸੀਗਾ। ਉਹਦੇ ਵਿੱਚ ਸ਼ਾਮਿਲ ਸੀਗਾ ਸਕਾਰਡੂ, ਪੁੰਛ, ਡੋਮੇਲ, ਰਾਜੌਰੀ, ਕੋਟਲੀ, ਨੌਸ਼ਹਿਰਾ। ਤੇ ਇਸ ਤਰ੍ਹਾਂ ਕਰਕੇ ਇਹ ਅਲੱਗ-ਅਲੱਗ 10-10, 15-15, 20-20, 30-30 ਹਜ਼ਾਰ ਦੀਆਂ ਗਿਣਤੀਆਂ 'ਚ ਇਹਨਾਂ ਨੇ ਆਪਦੇ ਲਸ਼ਕਰ ਨੂੰ ਵੰਡ ਕੇ ਤੇ ਇਹਨਾਂ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ। ਉਦੋਂ ਮਹਾਰਾਜ ਹਰੀ ਸਿੰਘ ਬਿਲਕੁਲ ਡੋਲ ਗਏ ਸੀਗੇ, ਕਿਉਂਕਿ ਉਹਨਾਂ ਨੇ ਇੱਕ ਪਹਿਲਾ ਲਾਈਨ ਆਫ ਡਿਫੈਂਸ ਉਰੀ ਦੇ ਨਜ਼ਦੀਕ ਪਲਾਨ ਕੀਤਾ, ਜਿਹਦੇ ਵਿੱਚ ਬ੍ਰਿਗੇਡੀਅਰ ਰਾਜਿੰਦਰ ਸਿੰਘ JNK ਸਟੇਟ ਫੋਰਸਿਸ ਦੇ ਜੋ ਉਦੋਂ ਇੰਚਾਰਜ ਸੀਗੇ, ਉਹਨਾਂ ਨੂੰ ਤੇ ਉਹਨਾਂ ਦੇ ਨਾਲ 238 ਉਹਨਾਂ ਦੇ ਆਫਿਸਰਸ ਤੇ ਸਿਪਾਹੀਆਂ ਨੂੰ ਮਾਰ ਦਿੱਤਾ ਗਿਆ ਤੇ ਹਾਲਾਤ ਨਾਜ਼ੁਕ ਹੋ ਗਏ।
महाराज हरी सिंह ने ये हालात देखते हुए 26 अक्टूबर 1947 ਨੂੰ ट्रीटी ऑफ एक्सैशन साइन किया हिंदुस्तान के नाल। उस ट्रीटी ऑफ एक्सैशन साइन ਹੁੰਦੇ ही 27 अक्टूबर 1947 ਨੂੰ 1 सिख रेजिमेंट सफदरजंग एयरपोर्ट दिल्ली तो श्रीनगर वास्ते रवाना होंगे ने। उन्होंने नाल फिर सपोर्ट की फोर कमाओ, पटियाला स्टेट फोर्सिस, लांसर्स ते जिहड़ी 161 ब्रिगेड दे नाल जो उत्थे शामिल सीगे उन्होंने। ते ये हालातां च ब्रिगेडियर प्रीतम सिंह ने उदों एक कर्नल सीगे, उदों इन्होंने जाके आर्मी हैडकुआर्टर्स च वॉलंटियर किया कि मैनू तुसी 1 पैरा कमाओ की जिम्मेवारी दिओ, क्योंकि उदों लैफ्टिनेंट कर्नल बेयर जिहड़े सीगे GB बेयर उन्होंने इजाज़त नहीं दी जाती सीगी ब्रिटिश ऑफिसर्स नूं कि वो अगे सेंसिटिव पोस्टिंग्स से अगे जा सकें। सो उन्होंने वॉलंटियर किया 1 पैरा कमाओ नूं। उन्होंने 28 तरीक नूं टेक ओवर किया ते 29 तरीक अक्टूबर 1947 ਨੂੰ ਉਹ श्रीनगर वास्ते रवाना होंगे ने। ये सारिया रेजिमेंट्स जदों श्रीनगर इकट्ठियां होंदियां ने, इन्हां ने बदगम एयरपोर्ट तो इन्होंने जाके अपन पोजिशनस पट्टन, शैलटोंग ते आ सारे पहाड़ी इलाकों जाके इन्होंने अपनी फोर्टिफिकेशंस करके आपका सारा जी ट्रूप प्लेसमेंट है इतने सारा प्लान किया। उस समय तक जिहड़े लश्कर पाकिस्तानी आर्मी रेगुलर्स मुजफ्फराबाद नूं कैप्चर करके और बहुत वड्डे स्केल ते कतलेआम, रेप, लूट एंड प्लंडर का जो माहौल रहा है उहदे विच हज़ारां लोकां दीयां मौतां होईयां, बहुत सारियां अबडक्शनस होईयां, बेटियां नूं अबडक्ट करके लश्कर कबाली अपने इलाकिਆਂ 'ਚ ले गए। तो जदों बारामूला पहुंचे ने, ये इत्थे एक इलाका है रफियाबाद करके जिहदे विच 250 सिखां दे पिंड ने। उन्होंने कबालियां नूं ते आर्मी नूं बहुत वड्डी एक उन्होंने इत्थे ब्लॉक किया। 3 दिन वास्ते उन्हां दे नाल लड़ाई जारी रही, जिहदे विच ऑलमोस्ट 33,000 सिख ते हिंदू परिवारां नूं कतलेआम किया गया। और इत्थे खास तौर मैं तुहानूं एक चीज़ जरूर ऐड करना चाहांगा भी लेडीज़ का इत्थे इन्ना बा कमाल रोल रहा है औरतों का कि उन्होंने आपके दुपट्टियां दियां पग्गां बन के किरपानां दे नाल आपदे नालदियां नूं, आपदे बच्चियां दे नाल, आपदे घर वालियां नाल बराबर मोढे ते नाल मोढा ला के वो बकायदा लड़ियां, शहादतां दित्तियां। ये इन्हां नूं कबालियां नूं इत्थे रोक सके, वरना उन्होंने 26 अक्टूबर 1947 तो पहला उन्होंने श्रीनगर नूं टेक ओवर कर लेना सीगा। सब तो पहली बैटल जी टर्निंग पॉइंट ऑफ कश्मीर के नाम से असीं याद करते हैं, बैटल ऑफ शैलटन, उहदे विच सब तो वड्डा रोल रहा है 1 पैरा कमाओ के CO कर्नल प्रीतम सिंह का, प्लस जी 4 पैरा कमाओ, 1 सिख, पटियाला रेजिमेंट्स, ये सारिਆਂ ने इकट्ठे होकर बैटल ऑफ शेरटन की जो लड़ाई उन्होंने एक एग्जैम्पलरी तौर पर लड़ के उन्होंने दिखाई कि एक टैक्टिकल वॉरफेयर की हुंदा हैगा। क्योंकि ये सारे सैकेंड वर्ल्ड वॉर के ट्रेंड सीगे ऑफिसर्स, ये बैटल हार्डी सीगे, इन्हों टेक्नीक, मोटिवेशन, कोआर्डिनेशन, ये सारिया चीज़ों की इन्हां दी बड़ी पकड़ सीगी। और इन्होंने हज़ारां कबालियां नूं ते पाकिस्तान आर्मी रेगुलर्स नूं इत्थे मौत के घाट उतारिया। ये बैटल ऑफ शेरटन तो बाद इन्हों पिछे पुश किया बारामूला तो बाद इन्होंने उरी इन्हों वापस धक्या जिन्ने क रह गए सीगे, ते फाइनली इन्हों मुजफ्फराबाद इन्होंने लास्ट पुश इन्हों असी मुजफ्फराबाद भेज के ते एवेंचुअली असी उरी का जिहड़ा है बॉर्डर जाके अपनिया इंडियन स्टेट फोर्सिस ने जाके संभालिया, तां जाके पाकिस्तान का जो एक बहुत खतरनाक एक समा सीगा ये जाके टर्निंग पॉइंट ऑफ कश्मीर, जे कश्मीर अज साडा एक हिंदुस्तान का हिस्सा है तो बहादुर योद्धियां के कारण है। और ये बहुत सारिया कहानियाँ
ਇਹ ਲੋਕਾਂ ਤੱਕ ਨਹੀਂ ਪਹੁੰਚਦੀਆਂ। ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਇੱਕ ਕੰਸੋਲੀਡੇਟਿਡ ਪਲੇਟਫਾਰਮ 'ਤੇ ਅਸੀਂ ਇਹ ਤੁਹਾਡੇ ਤੱਕ ਲੈ ਕੇ ਆਈਏ। ਅਗਲੇ ਸੈਸ਼ਨ 'ਚ ਅਸੀਂ ਤੁਹਾਨੂੰ ਡਿਸਕਸ ਕਰਾਂਗੇ ਕਿ ਇਹ ਹਾਲਾਤਾਂ ਤੋਂ ਬਾਅਦ ਨੈਕਸਟ ਜਿਹੜਾ ਸੀਗਾ ਬੈਟਲ ਆਫ ਪੁੰਛ, ਉਹ ਉੱਥੇ ਕਰਨਲ ਪ੍ਰੀਤਮ ਸਿੰਘ ਦਾ ਕੀ ਰੋਲ ਹੈ ਅਤੇ ਉਹਨਾਂ ਨੂੰ ਲੋਕ ਕਿਸ ਤਰ੍ਹਾਂ ਯਾਦ ਕਰਦੇ ਨੇ, ਇਹ ਅਸੀਂ ਅਗਲੇ ਸੈਸ਼ਨ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਟਰਨਿੰਗ ਪੁਆਇੰਟ ਆਫ ਕਸ਼ਮੀਰ ਦੀ ਲੜਾਈ ਤੋਂ ਬਾਅਦ ਜਦੋਂ ਇੰਡੀਅਨ ਫੋਰਸਿਸ ਉਰੀ ਪਹੁੰਚਦੀਆਂ ਨੇ ਅਤੇ ਉਹਨਾਂ ਨੇ ਪਾਕਿਸਤਾਨੀ ਆਰਮੀ ਰੈਗੂਲਰਸ ਨੂੰ ਅਤੇ ਕਬਾਲੀਆਂ ਨੂੰ ਮੁਜ਼ੱਫਰਾਬਾਦ ਪਿੱਛੇ ਪੁਸ਼ਬੈਕ ਕਰਤਾ ਹੈ। ਇਸ ਸਮੇਂ ਇਹਦੋਂ ਇੱਕ ਫੈਸਲਾ ਬਹੁਤ ਅਹਿਮ ਸੀਗਾ ਕਿ ਇੰਡੀਅਨ ਆਰਮੀ ਦੀ ਨੈਕਸਟ ਮੂਵ ਕੀ ਹੋਣੀ ਚਾਹੀਦੀ ਹੈ। ਦੋ ਆਪਸ਼ਨਸ ਅਵੇਲੇਬਲ ਸੀਗੇ ਉਦੋਂ ਸਾਡੇ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਜੀ ਕੋਲੇ ਕਿ ਅਸੀਂ ਮੁਜ਼ੱਫਰਾਬਾਦ ਨੂੰ ਅਤੇ ਡੋਮੇਲ ਨੂੰ ਦੁਬਾਰਾ ਟੇਕ ਓਵਰ ਕਰੀਏ, ਜੋ ਇੱਕ JNK ਸਟੇਟ ਫੋਰਸਿਸ ਦਾ ਕਿਸੇ ਟਾਈਮ ਦਾ ਹਿੱਸਾ ਸੀਗਾ, ਅਤੇ ਜਾਂ ਸਾਨੂੰ ਫੋਰਸਿਸ ਨੂੰ ਡਾਇਵਰਟ ਕਰਕੇ ਪੁੰਛ ਭੇਜਿਆ ਜਾਵੇ, ਬਿਕੋਜ਼ ਪੁੰਛ ਦੀ ਸਥਿਤੀ ਜਿਹੜੀ ਹੈ ਇਸ ਵੇਲੇ ਇੰਨੀ ਨਾਜ਼ੁਕ ਹੋ ਗਈ ਸੀਗੀ ਕਿਉਂਕਿ 40-45 ਹਜ਼ਾਰ ਸ਼ਰਨਾਰਥੀ ਮੁਜ਼ੱਫਰਾਬਾਦ, ਡੋਮੇਲ, ਰਾਵਲਾਕੋਟ ਅਤੇ ਮੇਂਢਰ ਹਵੇਲੀ, ਇਹ ਸਾਰੇ ਇਲਾਕਿਆਂ 'ਚੋਂ ਲੋਕ ਇਕੱਠੇ ਹੋ ਕੇ ਇਹਨਾਂ ਨੇ ਆ ਕੇ ਪੁੰਛ ਨੂੰ ਆਪ ਦਾ ਇੱਕ ਰਿਫਿਊਜ ਕੈਂਪ ਜਾ ਕੇ ਉਹਨਾਂ ਨੇ ਇੱਥੇ ਇਸਟੈਬਲਿਸ਼ ਕੀਤਾ। ਇਹਨਾਂ ਦੇ ਨਾਲ ਹਜ਼ਾਰਾਂ ਸਾਥੀ, ਹਜ਼ਾਰਾਂ ਪਰਿਵਾਰ ਦੇ ਮੈਂਬਰਸ ਰਸਤੇ 'ਚ ਦਾ ਕਤਲੇਆਮ ਹੋ ਚੁੱਕਿਆ ਸੀਗਾ। ਬੜੀ ਨਾਜ਼ੁਕ ਹਾਲਾਤਾਂ 'ਚੋਂ, ਸਥਿਤੀ 'ਚੋਂ ਹੋ ਕੇ ਗੁਜ਼ਰੇ ਸੀਗੇ ਸਾਰੇ ਲੋਕ। ਖਾਣ ਦਾ ਕੋਈ ਇੰਤਜ਼ਾਮ ਨਹੀਂ ਸੀਗਾ, ਰਹਿਣ ਦਾ ਕੋਈ ਇੰਤਜ਼ਾਮ ਸੀਗਾ ਨਹੀਂ, ਵਿੰਟਰ ਸਿਰ 'ਤੇ ਸੀਗੀ, ਬਰਫ਼ ਦੀ ਤਿਆਰੀ ਸੀ ਔਰ ਬੱਚਿਆਂ ਦਾ, ਬਜ਼ੁਰਗਾਂ ਦਾ ਇਨਫੈਕਟ ਬਹੁਤ ਮਾੜਾ ਹਸ਼ਰ ਇੱਕ ਐਂਟੀਸਿਪੇਟ ਕੀਤਾ ਜਾ ਰਿਹਾ ਸੀਗਾ। ਇਹ ਹਾਲਾਤਾਂ 'ਚ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਜੀ ਨੇ ਇਹ ਫੈਸਲਾ ਕੀਤਾ ਕਿ ਪੁੰਛ ਮਸਟ ਬੀ ਸੇਵਡ ਐਟ ਆਲ ਕੋਸਟ, ਅਤੇ ਉਹਨਾਂ ਨੇ ਉਸ ਸਮੇਂ ਦੇ ਜਨਰਲ ਰਸਲ ਨੂੰ ਇੰਸਟਰਕਸ਼ਨ ਦਿੱਤੀਆਂ ਕਿ ਭਾਵੇਂ ਕੁਛ ਵੀ ਹੋਵੇ ਅਸੀਂ ਇਹ 40-45 ਜਿਹੜੇ ਸਾਡੇ ਹਿੰਦੁਸਤਾਨ ਦੇ ਸਾਡੇ ਲੋਕ ਨੇ, ਅਸੀਂ ਇਹਨਾਂ ਦਾ ਕਤਲੇਆਮ ਹੋਣ ਤੋਂ ਅਸੀਂ ਇਹਨਾਂ ਨੂੰ ਹਰ ਹਾਲਤ 'ਚ ਬਚਾਉਣਾ ਹੈ। ਇਹ ਫੈਸਲਾ ਜਦੋਂ ਹੋਇਆ ਅਤੇ ਇੰਸਟਰਕਸ਼ਨ ਦਿੱਤੀਆਂ ਗਈਆਂ ਵਨ ਪੈਰਾ ਕਮਾਊ ਕਰਨਲ ਪ੍ਰੀਤਮ ਸਿੰਘ ਨੂੰ ਕਿ ਤੁਸੀਂ ਇਮੀਡੀਏਟਲੀ ਪੁੰਛ ਵਾਸਤੇ ਰਵਾਨਾ ਹੋ। ਇਹ ਤਾਰੀਖ ਸੀਗੀ 22 ਨਵੰਬਰ 1947 ਕਿ ਜਦੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਆਪ ਦੀ ਰੈਜੀਮੈਂਟ ਦੇ ਨਾਲ ਪੁੰਛ ਵਾਸਤੇ ਕੂਚ ਕਰਦੇ ਨੇ। ਇਹ ਪੁੰਛ ਪਹੁੰਚਣ ਤੋਂ ਪਹਿਲਾਂ ਇਹਨਾਂ ਦੇ ਰਸਤਿਆਂ 'ਚ ਕਾਫੀ ਮੁਕਾਬਲੇ ਹੋਏ ਕਿਉਂਕਿ ਹਾਲੇ ਵੀ ਪਾਕਿਸਤਾਨ ਫੋਰਸਿਸ ਵਗੈਰਾ ਵਾਪਸ ਜਾ ਰਹੀਆਂ ਸੀ ਮੁਜ਼ੱਫਰਾਬਾਦ, ਅਤੇ ਬੜੀ ਮੁਸ਼ਕਿਲ ਨਾਲ ਇਹਨਾਂ ਨੇ ਲੜਦੇ ਹੋਏ ਇਹ ਇੱਕ ਜਗ੍ਹਾ ਹੈ ਜਿੱਥੇ ਬ੍ਰਿਜ ਬਣਿਆ ਹੋਇਆ ਹੈ, ਛਾਂਗਲ ਕਰਕੇ ਇੱਕ ਜਗ੍ਹਾ ਹੈ, ਕਿ ਜਦੋਂ ਪੁੰਛ ਗੈਰੀਸਨ ਦੇ ਜਦੋਂ ਆਰਮੀ ਨੇ ਦੇਖਿਆ ਕਿ ਹਾਲੇ ਆਰਮੀ ਪੁੰਛ ਗੈਰੀਸਨ 'ਚ ਸੀਗੀ ਕੁਛ, ਅਤੇ ਉਹਨਾਂ ਨੇ ਜਦੋਂ ਦੇਖਿਆ ਕਿ ਗੱਡੀਆਂ ਆ ਰਹੀਆਂ ਨੇ ਅਤੇ ਸ਼ਾਇਦ ਤੇ ਪਾਕਿਸਤਾਨ ਦੀਆਂ ਗੱਡੀਆਂ ਨੇ, ਅਤੇ ਉਹਨਾਂ ਨੇ ਜਿਹੜਾ ਬ੍ਰਿਜ ਸੀਗਾ ਛਾਂਗਲ ਦਾ ਬ੍ਰਿਜ, ਉਹਨੂੰ ਉਹਨਾਂ ਨੇ ਡਾਇਨਾਮਾਈਟ ਕਰਕੇ ਅਤੇ ਬਲੋ ਅਪ ਕਰਤਾ। ਕੋਈ ਰਾਹ ਨਹੀਂ ਸੀਗਾ ਜਾਣ ਵਾਸਤੇ, ਅਤੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ, ਇਹ ਉਦੋਂ ਕਰਨਲ ਸੀਗੇ, ਉਹਨਾਂ ਨੇ ਇਹ ਹਿੰਮਤ ਕੀਤੀ ਕਿ 419 ਲੋਕ, ਬਹੁਤ ਲਿਮਿਟਿਡ ਆਰਮਸ ਐਂਡ ਐਮੂਨੇਸ਼ਨ, ਇੱਕ ਜੀਪ ਉਹਨਾਂ ਨੇ ਪਾਣੀ 'ਚ ਉਤਾਰ ਕੇ ਰੱਸੇ ਬੰਨ੍ਹ ਕੇ ਖਿੱਚੀ
ਤੇ ਇਹ ਸਿਰਫ 419 ਲੋਕਾਂ ਦੇ ਨਾਲ ਕ੍ਰਾਸ ਕਰਕੇ ਪੁੰਛ ਪਹੁੰਚ ਸਕੇ 22 ਨਵੰਬਰ 1947। ਤੇ ਬਾਕੀ ਜਿਹੜੀ ਆਰਟਲਰੀ ਸੀਗੀ ਜਾਂ ਇਹਨਾਂ ਦੇ ਨਾਲ ਹੋਰ ਟਰੂਪ ਸੀਗੇ ਜਾਂ ਹੋਰ ਜਿਹੜੀ ਇਹਨਾਂ ਦੇ ਨਾਲ ਗੱਡੀਆਂ ਸੀਗੀਆਂ ਉਹ ਸਾਰੀਆਂ ਵਾਪਸ ਉਰੀ ਜਾਣੀਆਂ ਭੇਜਣੀਆਂ ਪਈਆਂ। ਜਦੋਂ ਪੁੰਛ ਆ ਕੇ ਉਹਨਾਂ ਨੇ ਇਹ ਨਾਜ਼ੁਕ ਹਾਲਾਤ ਦੇਖੇ ਤੇ ਬਹੁਤ ਕੁਇਕ ਕਈ ਫੈਸਲੇ ਕਰਨ ਦੀ ਲੋੜ ਸੀਗੀ, ਕਿਉਂਕਿ ਪੁੰਛ ਗੈਰਸਨ ਦੇ ਸਾਰੇ ਲੋਕ ਆਪਦੀਆਂ ਪੋਜੀਸ਼ਨ ਛੱਡ ਕੇ ਵਾਪਸ ਜਾ ਰਹੇ ਸੀਗੇ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਉਹਨਾਂ ਨੂੰ ਇਹ ਆਰਡਰਸ ਦਿੱਤੇ ਕਿ ਅਸੀਂ ਇੱਥੇ ਪੁੰਛ ਨੂੰ ਬਚਾਉਣ ਆਏ ਹਾਂ ਤੇ ਕੋਈ ਬੰਦਾ ਪੁੰਛ ਛੱਡ ਕੇ ਨਹੀਂ ਜਾਏਗਾ। ਮੈਂ ਨਹੀਂ ਜਾਵਾਂਗਾ ਭਾਵੇਂ ਮੈਨੂੰ ਇਕੱਲੇ ਨੂੰ ਲੜਨਾ ਪਏ ਇੱਥੇ। ਤੇ ਇਸ ਨੇ ਹੌਸਲਾ ਦਿੱਤਾ ਕਿ ਜਿਹੜੀਆਂ ਕੁਝ ਲੋਕ ਉੱਥੋਂ ਡੋਗਰਾ ਸਟੇਟ ਫੋਰਸਿਸ ਦੇ ਕੁਝ ਸੀਗੇ, ਪੁੰਛ ਰਾਜਾ ਪੁੰਛ ਦੇ ਨਾਲ ਕੁਝ ਲੋਕ ਐਸੋਸੀਏਟਡ ਸੀ, ਉਹਨਾਂ ਨੇ ਆਪਦਾ ਗਰਾਊਂਡ ਉੱਥੇ ਹੋਲਡ ਕੀਤਾ। ਤੇ ਇੱਕ ਚੀਜ਼ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਵਿਊਅਰਸ ਦੇ ਨਾਲ ਕਿ ਪੁੰਛ ਇੱਕ ਪ੍ਰਿੰਸੀਪੈਲਿਟੀ ਹੈ। ਇਹ ਪ੍ਰਿੰਸੀਪੈਲਿਟੀ ਦਾ ਹਿੱਸਾ ਹੈ 1640 ਕਿਲੋਮੀਟਰ ਸਕੁਆਇਰ ਕਿਲੋਮੀਟਰ ਦਾ ਏਰੀਆ ਇਹਦਾ ਹੈਗਾ ਹੈ। ਜਦੋਂ ਕਰਨਲ ਪ੍ਰੀਤਮ ਸਿੰਘ ਪੁੰਛ ਪਹੁੰਚਦੇ ਨੇ ਤੇ ਸਿਰਫ 1.5 ਕਿਲੋਮੀਟਰ ਬਾਈ 1.5 ਕਿਲੋਮੀਟਰ ਦਾ ਰਕਬਾ ਉਹ ਇਹ ਸ਼ਰਨਾਰਥੀਆਂ ਕੋਲੇ ਜਾਂ ਜਿਹੜੇ ਰੈਫਿਊਜੀਜ਼ ਨੇ ਉਹਨਾਂ ਕੋਲੇ ਇਹ ਕਬਜ਼ੇ 'ਚ ਸੀਗਾ। ਬਾਕੀ ਦਾ ਸਾਰਾ ਏਰੀਆ ਪੁੰਛ ਪ੍ਰਿੰਸੀਪੈਲਿਟੀ ਦਾ ਉਹ ਪਾਕਿਸਤਾਨ ਦੇ ਕਬਜ਼ੇ 'ਚ ਸੀਗਾ। ਸਾਰੀਆਂ ਜਿਹੜੀਆਂ ਉੱਪਰਲੀਆਂ ਪਹਾੜੀਆਂ, ਸਾਰੀਆਂ ਜਿਹੜੀਆਂ ਸਟ੍ਰੈਟੇਜਿਕ ਲੋਕੇਸ਼ਨਸ, ਉਹ ਸਾਰੀਆਂ ਪਾਕਿਸਤਾਨ ਦੇ ਕਬਜ਼ੇ 'ਚ ਸੀਗੀਆਂ। ਬਹੁਤ ਨਾਜ਼ੁਕ ਸੀ ਹਾਲਾਤ ਔਰ ਬੱਚਿਆਂ ਲਈ ਖਾਣਾ, ਬਜ਼ੁਰਗਾਂ ਲਈ ਕੱਪੜਿਆਂ ਦਾ ਇੰਤਜ਼ਾਮ, ਬਿਮਾਰੀ ਫੈਲ ਚੁੱਕੀ ਸੀ, ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ ਮੈਡੀਕਲ ਫੈਸਿਲਿਟੀਜ਼ ਦੀ ਲੋੜ ਸੀਗੀ। ਇਹਨਾਂ ਨੇ ਜਿਹੜੇ ਏਬਲ ਬੋਡੀਡ ਲੋਕ ਸੀਗੇ, ਜਿਹੜੇ ਸ਼ਰਨਾਰਥੀ ਸੀਗੇ, ਉਹਨਾਂ ਵਿੱਚੋਂ ਇਹਨਾਂ ਨੇ 2 ਮਿਲੀਸ਼ੀਆ ਇਹਨਾਂ ਨੇ ਰੈਜੀਮੈਂਟਸ ਤਿਆਰ ਕੀਤੀਆਂ, ਜਿਹਨੂੰ ਅਸੀਂ ਅੱਜ 8 ਮਿਲੀਸ਼ੀਆ ਐਂਡ 11 ਮਿਲੀਸ਼ੀਆ ਅਸੀਂ ਕਹਿੰਦੇ ਹਾਂ, ਜਿਹੜਾ ਅੱਜ ਪਾਰਟ ਆਫ JNK ਸਟੇਟ ਫੋਰਸਿਸ ਦੀ JNK ਰਾਈਫਲਸ ਦਾ ਹਿੱਸਾ ਨੇ, ਇੰਡੀਅਨ ਆਰਮੀ ਦਾ ਹਿੱਸਾ ਨੇ। ਉਹ ਇਹਨਾਂ ਨੇ 2 ਮਿਲੀਸ਼ੀਆ ਰੈਜੀਮੈਂਟਸ ਤਿਆਰ ਕੀਤੀਆਂ, ਉਹਨਾਂ ਨੂੰ ਬੇਸਿਕ ਟ੍ਰੇਨਿੰਗ ਸ਼ੁਰੂ ਕੀਤੀ। ਤੇ ਇਹ ਹਾਲਾਤ ਜਦੋਂ ਥੋੜ੍ਹੇ ਜਿਹੇ ਸੰਭਲੇ ਤੇ ਸਭ ਤੋਂ ਵੱਡੀ ਜਿਹੜਾ ਅਗਲੀ ਚੁਣੌਤੀ ਸੀਗੀ ਕਿ ਇਹ ਇੰਨੇ ਲੋਕਾਂ ਵਾਸਤੇ ਖਾਣਾ ਪੀਣਾ, ਰਹਿائش ਦਾ ਕੀ ਇੰਤਜ਼ਾਮ ਕੀਤਾ ਜਾਵੇ। ਸੋ ਇਹ ਕਰਨਲ ਪ੍ਰੀਤਮ ਸਿੰਘ ਨੇ ਫੈਸਲਾ ਕੀਤਾ ਕਿ ਸਾਨੂੰ ਇੱਥੇ ਇੱਕ ਹਵਾਈ ਪਟੜੀ ਬਣਾਉਣੀ ਪੈਣੀ ਹੈ ਤਾਂ ਕਿ ਅਸੀਂ ਇੱਥੋਂ ਲੋਕਾਂ ਨੂੰ ਜੋ ਬਜ਼ੁਰਗ ਨੇ, ਸਾਡੀਆਂ ਜਿਹੜੀਆਂ ਔਰਤਾਂ ਨੇ, ਬੱਚੇ ਨੇ, ਉਹਨਾਂ ਨੂੰ ਅਸੀਂ ਪਹਿਲੇ ਕੋਸ਼ਿਸ਼ ਕਰਕੇ ਉਹਨਾਂ ਨੂੰ ਅਸੀਂ ਇੱਥੋਂ ਇਵੈਕੂਏਟ ਕੀਤਾ ਜਾਵੇ। ਹਵਾਈ ਪਟੜੀ 'ਤੇ ਕੰਮ ਕੌਣ ਕਰੇਗਾ, ਕਿਉਂਕਿ ਸਾਰੀਆਂ ਪੋਜੀਸ਼ਨਸ ਆਰਮੀ ਦੀਆਂ ਸਾਰੀਆਂ ਉਹ ਪਾਕਿਸਤਾਨ ਦੇ ਏਰੀਏ 'ਚ ਉਹਨਾਂ ਦੇ ਸੇਫ ਕਸਟਡੀ 'ਚ ਸੀਗੀਆਂ। ਇਹਨਾਂ ਨੇ ਫਿਰ ਰਾਤ ਨੂੰ ਇਹ ਤੈਅ ਕੀਤਾ ਕਿ ਲੇਡੀਜ਼ ਦਾ ਇੱਕ 8-9 ਹਜ਼ਾਰ ਲੇਡੀਜ਼ ਬੱਚੇ ਇਕੱਠੇ ਕਰਕੇ ਇਹਨਾਂ ਨੇ ਇਹ ਰਾਤ ਨੂੰ ਇੱਕ ਕੈਂਪੇਨ ਸ਼ੁਰੂ ਕੀਤਾ ਤਾਂ ਕਿ ਏਅਰਪੋਰਟ, ਇੱਕ ਏਅਰ ਸਟ੍ਰਿਪ ਜਿਹੜੀ ਹੈ ਉਹ ਉਸ 'ਤੇ ਕੰਮ ਕੀਤਾ ਜਾਵੇ। ਤੇ ਇਹਦੇ ਵਿੱਚ ਇੱਕ ਲੀਡ, ਇੱਕ 3 ਲੇਡੀਜ਼ ਨੇ ਜ਼ਰੂਰ ਅੱਜ ਮੈਂ ਜ਼ਿਕਰ ਕਰਾਂਗਾ। ਇੱਕ ਬੇਬੇ ਨਾਨਕੀ, ਮੈਂ ਤਾਂ ਉਹਨਾਂ ਨੂੰ ਕਹਿਣਾ ਹੁੰਦਾ, ਇੱਕ ਸੀਤਾ ਦੇਵੀ ਸੀ ਤੇ ਇੱਕ ਹੋਰ ਮੋਹਤਬਰ ਸੀਗੇ ਪੁੰਛ ਦੇ। ਇਹਨਾਂ 3 ਲੇਡੀਜ਼ ਨੇ 8-9 ਹਜ਼ਾਰ ਲੇਡੀਜ਼ ਬੱਚਿਆਂ ਨੂੰ ਇਕੱਠੇ ਕਰਕੇ ਸਾਰੀ ਰਾਤ ਕੰਮ ਕਰਨਾ ਤਾਂ ਕਿ ਜਿਹੜੀ ਕੋਈ ਉਹਦੇ ਵਿੱਚ ਕੋਈ ਮਲਬਾ ਸੀਗਾ, ਕੋਈ ਬਿਲਡਿੰਗ ਸੀਗੀਆਂ, ਕੋਈ ਦਰਖਤ ਸੀਗੀਆਂ, ਕਿਤੇ ਕਬਰਾਂ ਵੀ ਸੀਗੀਆਂ, ਉਹ ਸਾਰੀਆਂ ਰਿਮੂਵ ਕਰਕੇ ਇਹਨਾਂ ਨੇ 670 ਮੀਟਰਸ ਦਾ ਇੱਕ ਏਅਰ ਸਟ੍ਰਿਪ ਤਿਆਰ ਕੀਤਾ। ਔਰ 12 ਦਸੰਬਰ 1947 ਨੂੰ ਬਾਬਾ ਮੇਹਰ ਸਿੰਘ ਨੇ ਪਹਿਲਾ ਜਹਾਜ਼ ਉੱਥੇ ਲੈਂਡ ਕੀਤਾ, ਹਾਵਰਡ 에ਅਰਕ੍ਰਾਫਟ। ਤੇ ਉਹਨਾਂ ਨੇ ਉਹਦੀ ਜਦੋਂ ਕੰਡੀਸ਼ਨ ਦੇਖੀ, ਉਹਨਾਂ ਨੇ ਕਿਹਾ ਵੀ ਹਾਲੇ ਇਹਨੂੰ ਹੋਰ ਇਸ ਹਵਾਈ ਪੱਟੀ ਨੂੰ ਸੈਟਲ ਕਰਨ ਦੀ ਲੋੜ ਹੈ, ਕਿਉਂਕਿ ਡਕੋਟਾ ਜਦੋਂ ਉਤਰੇਗਾ ਤੇ ਉਹਦੇ ਵਾਸਤੇ ਪ੍ਰੋਪਰ ਲੈਂਡਿੰਗ ਸਟ੍ਰਿਪ ਨਹੀਂ ਤਿਆਰ, ਇੱਕ ਇਹਦੀ ਲੈਂਥ ਵਧਾਉਣ ਦੀ ਲੋੜ ਹੈ। ਇਹ ਦੁਬਾਰਾ ਇਹਨਾਂ ਨੇ ਲੇਡੀਜ਼ ਨੇ ਫਿਰ ਦੁਬਾਰਾ ਇਹ ਜੋਖਮ ਉਠਾਇਆ ਤੇ
4 ਦਿਨਾਂ 'ਚ ਇਹਨਾਂ ਨੇ ਫਿਰ ਉਹ ਅਗਲਾ ਕੰਮ ਕਰਕੇ ਤਿਆਰ ਕੀਤਾ। ਡਿਪੋਟਾਜ਼ ਆਉਣੇ ਸ਼ੁਰੂ ਹੋਏ, ਉਹਦੇ ਵਿੱਚ ਆਰਮੀ ਪਰਸਨੈਲ ਆਉਣੇ ਸੀਗੇ, ਰਾਸ਼ਨਸ ਆਉਣੇ ਸ਼ੁਰੂ ਹੋਏ, ਆਰਮਸ ਐਂਡ ਐਮੂਨੀਸ਼ਨਸ ਆਉਣੇ ਸ਼ੁਰੂ ਹੋਏ, ਜਿਹੜੀ ਹੈਵੀ ਆਰਟਲਰੀ ਸੀਗੀ ਉਹ ਆਉਣੀ ਸ਼ੁਰੂ ਹੋਈ, 25 ਪਾਊਂਡਰ ਗਨਜ਼ ਆਉਣੀਆਂ ਸ਼ੁਰੂ ਹੋਈਆਂ। ਅਤੇ ਵਾਪਸੀ 'ਚ ਇੱਥੋਂ ਜਿਹੜੀਆਂ ਰੈਫਿਊਜੀ ਸੀਗੇ, ਸ਼ਰਨਾਰਥੀ ਸੀਗੇ, ਉਹਨਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਔਰਤਾਂ ਨੂੰ, ਉਹਨਾਂ ਨੂੰ ਇੱਥੋਂ ਜੰਮੂ, ਸ੍ਰੀਨਗਰ, ਦਿੱਲੀ, ਉਹ ਇੱਥੋਂ ਭੇਜਣ ਦਾ ਇੱਕ ਇੰਤਜ਼ਾਮ ਸ਼ੁਰੂ ਕੀਤਾ। ਇਹ ਪੂਰਾ 1 ਸਾਲ ਲੱਗ ਗਿਆ ਕਿ ਇਹ ਪੂਰੇ 1 ਸਾਲ ਜਿਹੜਾ ਸੀਗਾ, ਇਹਨੂੰ ਅਸੀਂ ਸੀਜ ਆਫ ਪੁੰਛ ਕਹਿੰਦੇ ਹਾਂ ਕਿ ਸੀਜ ਪੁੰਛ ਦੀ ਘੇਰਾਬੰਦੀ। ਇਹ 1 ਸਾਲ ਤੁਸੀਂ ਦੇਖੋ, ਬਗੈਰ ਕਿਸੇ ਸੜਕ ਤੋਂ ਕਨੈਕਟੀਵਿਟੀ ਤੋਂ, ਬਗੈਰ ਬਾਕੀ ਇੰਡੀਅਨ ਆਰਮੀ ਹੋਰ ਕਿਸੇ ਤਰੀਕੇ ਨਾਲ ਇਸ ਪੁੰਛ 'ਚ ਆ ਸਕਦੀ ਹੋਈ, ਇਹ ਸਾਰੀ ਕੋਆਰਡੀਨੇਸ਼ਨ, ਇਹ ਸਾਰੀ ਹਿੰਮਤ, ਇਹ ਸਾਰਾ ਹੌਸਲਾ, ਪਲੈਨਿੰਗ, ਐਕਸੀਕਿਊਸ਼ਨ, ਇਹ ਉਸ ਮਹਾਨ ਯੋਧੇ ਦੀ ਕਾਰਨ ਅੱਜ ਅਸੀਂ ਪੁੰਛ ਨੂੰ ਅਸੀਂ ਆਪਣਾ ਇੱਕ ਹਿੱਸਾ ਗਿਣਦੇ ਹਾਂ। ਤਾਂ ਹੀ ਉਹਨਾਂ ਨੂੰ ਸ਼ੇਰ ਬੱਚੇ ਦੇ ਨਾਲ ਯਾਦ ਕਰਦੇ ਨੇ ਅਤੇ ਉਹਨਾਂ ਨੂੰ ਬਹੁਤ ਅਦਬ ਦੇ ਨਾਲ, ਉਹਨਾਂ ਨੂੰ ਅੱਜ ਵੀ ਸਤਿਕਾਰ ਦੇ ਨਾਲ, ਉਹਨਾਂ ਨੂੰ ਦ ਸੇਵੀਅਰ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਨੇ ਲੋਕ। ਉਹਨਾਂ 'ਤੇ ਵਾਰਾਂ ਇੰਨੀਆਂ ਖੂਬਸੂਰਤ ਲੋਕਾਂ ਨੇ ਲਿਖੀਆਂ ਨੇ, ਇੰਨੀਆਂ ਬੈਲਡਸ ਉਹਨਾਂ ਦੇ ਲਾਈਫ 'ਤੇ ਲਿਖੀਆਂ ਨੇ, ਔਰ ਉਹ ਅੱਜ ਇੱਕ ਇੰਸਪੀਰੇਸ਼ਨ ਨੇ ਸਾਡੇ ਮੁਲਕ ਲਈ ਕਿ ਇੰਪੋਸੀਬਲ ਇਜ਼ ਨਥਿੰਗ। ਔਰ ਇਹਦੇ ਵਿੱਚ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜਾ ਉਹਨਾਂ ਦਾ ਬਚਪਨ ਹੈ, ਉਹ ਜਿਹੜੀ ਦਸਮ ਪਿਤਾ ਗੁਰੂ ਸਾਹਿਬ ਦੀ ਉਹਨਾਂ ਵਿੱਚ ਇੱਕ ਜ਼ੀਲ ਹੈ, ਸਪਿਰਿਟ ਹੈ, ਫਾਈਟਿੰਗ ਸਪਿਰਿਟ ਜਿਹੜੀ ਉਹਨਾਂ ਨੂੰ ਗੁਰੂ ਸਾਹਿਬ ਵੱਲੋਂ ਉਹਨਾਂ ਨੂੰ ਹੌਸਲਾ ਬਖਸ਼ਿਸ਼ ਕੀਤਾ, ਉਹ ਉਹਨਾਂ ਨੇ ਉਹੀ ਚੀਜ਼ਾਂ ਉਹਨਾਂ ਨੇ ਜਾ ਕੇ ਪੁੰਛ ਦੇ ਹਾਲਾਤਾਂ 'ਚ ਜਾ ਕੇ ਸੰਭਾਲਣ 'ਚ ਪਾਕਿਸਤਾਨ ਨੂੰ 1 ਸਾਲ 1.5 ਸਾਲ ਉਹਨਾਂ ਨੂੰ ਉੱਥੇ ਨਜ਼ਦੀਕ ਨਹੀਂ ਉਹਨਾਂ ਨੇ ਲੱਗਣ ਦਿੱਤਾ। ਅਤੇ ਜਦੋਂ ਸੀਜ਼ਫਾਇਰ ਹੁੰਦਾ ਹੈਗਾ 1 ਜਨਵਰੀ 1949 'ਚ, ਉਦੋਂ ਇਹਨਾਂ ਨੇ 600 ਕਿਲੋਮੀਟਰ ਹੋਰ ਹਿੰਦੁਸਤਾਨ ਦੇ ਨਾਲ ਜੋੜ ਕੇ ਇਹਨਾਂ ਨੇ ਇਹ ਇੱਕ ਹਿੰਦੁਸਤਾਨ ਦਾ ਹਿੱਸਾ ਬਣਾਇਆ। ਬਾਕੀ ਜਿਹੜਾ 1000 ਕਿਲੋਮੀਟਰ ਪਾਕਿਸਤਾਨ ਤੋਂ ਅਸੀਂ ਵਾਪਸ ਨਹੀਂ ਲੈ ਸਕੇ ਕਿਉਂਕਿ ਉਦੋਂ ਸੀਜ਼ਫਾਇਰ ਦਾ ਐਲਾਨ ਹੋ ਗਿਆ, ਨਹੀਂ ਸ਼ਾਇਦ ਉਹ ਵੀ ਸਾਡੇ ਕਬਜ਼ੇ 'ਚ ਆ ਜਾਣਾ ਸੀਗਾ, ਉਹ ਅੱਜ POK ਦਾ ਇੱਕ ਹਿੱਸਾ ਬਣ ਗਿਆ। ਸੋ ਇਸ ਮਹਾਨ ਯੋਧੇ ਦੀ ਕਹਾਣੀ ਸਾਡੇ ਪੰਜਾਬ 'ਚ, ਹਿੰਦੁਸਤਾਨ 'ਚ, ਹਰੇਕ ਘਰ 'ਚ ਉਹਨਾਂ ਦੀ ਕਹਾਣੀ। ਇਹ ਜਨਰਲ ਹਰੀ ਸਿੰਘ ਨਲਵੇ ਦਾ ਜੋ ਇੱਕ ਜੋਸ਼ ਹੈ ਉਹ ਇਹਨਾਂ ਵਿੱਚ ਝਲਕਦਾ ਹੈ, ਇਹਨਾਂ ਦੀ ਜ਼ਿੰਦਗੀ 'ਚ ਝਲਕਦਾ ਹੈ। ਮੈਂ ਦੇਖਦਾ ਸਾਡੇ ਜ਼ਿਲ੍ਹੇ ਸੰਗਰੂਰ 'ਚ ਉਹਨਾਂ ਬਾਰੇ ਕਿਸੇ ਨੂੰ ਨਹੀਂ ਪਤਾ। ਉਹਨਾਂ ਦਾ ਪਿੰਡ ਦੇਗ ਕਲਾਂ ਬਿਲਕੁਲ ਸੰਗਰੂਰ ਦੇ ਨਜ਼ਦੀਕ, ਉਹ ਅਖੀਰ 'ਚ ਉਹਨਾਂ ਦੀ ਮੌਤ ਇੱਕ ਬੜੇ ਅਨਫੋਰਚੂਨੇਟ ਹਾਦਸੇ 'ਚ ਬਿਜਲੀ ਦੇ ਇੱਕ ਐਕਸੀਡੈਂਟ ਨਾਲ ਹੁੰਦੀ ਹੈ। ਅਤੇ ਤੁਸੀਂ ਆਪ ਹੀ ਸੁਣੋਗੇ ਕਿ ਲੋਕਾਂ ਨੇ ਉਹਨਾਂ ਬਾਰੇ ਜੋ ਵਾਰਾਂ ਗਾਈਆਂ ਨੇ, ਉਹ ਵਾਰਾਂ 'ਚ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਦਾ ਸਾਰਾ ਹਿੱਸਾ ਜਿਹੜਾ ਹੈ ਉਹ ਬਿਆਨ ਕੀਤਾ ਹੈਗਾ। ਸੋ ਸਾਡਾ ਇਹ ਉਪਰਾਲਾ ਹੈ ਕਿ ਇਸ ਮਹਾਨ ਯੋਧੇ, ਅਨਸੰਗ ਹੀਰੋ ਦਾ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦਾ ਬਲੀਦਾਨ, ਉਹਨਾਂ ਦਾ ਭਾਰਤ ਦੀ ਪਿਆਰ, ਉਹ ਕਦੇ ਵੀ ਲੋਕ ਇਸ ਚੀਜ਼ ਨੂੰ ਅਣਗੌਲਿਆ ਨਾ ਕਰਨ ਅਤੇ ਅਸੀਂ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲਈਏ ਅਤੇ ਉਹਨਾਂ ਦੀ ਜ਼ਿੰਦਗੀ ਤੋਂ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਆਰਮਡ ਫੋਰਸਿਸ 'ਚ ਜਾਣ, ਤਾਂ ਕਿ ਅਸੀਂ ਆਪਣੇ ਇੰਡੀਅਨ ਆਰਮੀ ਨੂੰ ਅਸੀਂ ਮਜ਼ਬੂਤ ਕਰੀਏ। ਅਤੇ ਇਹ ਬਹੁਤ ਜ਼ਰੂਰਤ ਹੈ ਸਾਡੀ। ਸਾਡਾ ਨਾਅਰਾ ਜਿਹੜਾ ਹੈ ਜੈ ਕਿਸਾਨ ਜੈ ਜਵਾਨ, ਇਹ ਦੋਨੋਂ ਚੀਜ਼ਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਸਪਿਰਿਟ ਹੈ ਉਹ ਇਹਨਾਂ ਦੀ ਜੀਵਨ 'ਚ ਝਲਕਦੀ ਹੈ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।